ਖਬਰ ਪੜਤਾਲ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਸੁਖਬੀਰ ਰਾਵੀ ਤੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸੁਰਿੰਦਰ ਡੱਲਾ ਜੀ। ਡੱਲਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸੁਖਬੀਰ ਜੀ, ਤੁਹਾਡਾ ਵੀ ਔਰ ਸਾਰੇ ਪੰਜਾਬੀਆਂ ਦਾ। ਜੀ ਡੱਲਾ ਜੀ, ਜਿਸ ਤਰ੍ਹਾਂ ਅਗਰ ਅਸੀਂ ਹੁਣ ਪੰਜਾਬ ਦੀ ਪੋਲਿਟਿਕਸ ਨੂੰ ਦੇਖੀਏ ਤੇ ਕੈਪਟਨ ਔਰ ਸਿੱਧੂ ਦੀ ਵਾਰ ਤਾਂ ਚੱਲ ਹੀ ਰਹੀ ਹੈ, ਲੇਕਿਨ ਹੁਣ ਐਮਪੀ ਗੁਰਜੀਤ ਔਜਲਾ ਦਾ ਵੀ ਬਿਆਨ ਆਇਆ ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਕੈਪਟਨ ਦੀ ਸਰਕਾਰ ਭਾਵੇਂ ਹੈਗੀ ਹੈ ਸੂਬੇ 'ਚ, ਲੇਕਿਨ ਚੱਲਦੀ ਹਜੇ ਵੀ ਅਕਾਲੀਆਂ ਦੀ ਹੈ। ਇਹਦਾ ਕੀ ਮਤਲਬ ਕੱਢਿਆ ਜਾਏ? ਦੇਖੋ, ਮੈਂ ਆਪ ਬੜਾ ਹੈਰਾਨ ਆ ਕਿ ਜਿਹੜੇ ਵੱਡੇ ਵੱਡੇ ਕਾਂਗਰਸੀ ਨੇ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ। ਰਵਨੀਤ ਬਿੱਟੂ ਨੇ ਉਦੋਂ ਕਿਹਾ ਕਿ ਅਗਰ ਮੁੱਖ ਮੰਤਰੀ ਸਾਹਿਬ ਇਨਸਾਫ ਨਹੀਂ ਦੇ ਸਕਦੇ, ਗ੍ਰਹਿ ਮੰਤਰੀ ਅਗਰ ਇਨਸਾਫ ਨਹੀਂ ਦੇ ਸਕਦਾ ਤੇ ਪੰਜਾਬ 'ਚ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ। ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰ ਰਹੇ ਨੇ ਕਿ ਇੰਝ ਲੱਗਦਾ ਜਿਵੇਂ ਸਰਕਾਰ ਹੈ ਜਿਹੜੀ ਉਹ ਕਾਂਗਰਸ ਦੀ ਨਹੀਂ ਅਕਾਲੀਆਂ ਦੀ ਹੈ। ਤੇ ਗੁਰਜੀਤ ਔਜਲਾ ਜਿਹੜੇ ਨੇ, ਗੁਰਜੀਤ ਔਜਲਾ, ਮੈਂ ਹਮੇਸ਼ਾ ਗੁਰਜੀਤ ਔਜਲਾ ਨੂੰ ਇੱਕ ਕੈਪਟਨ ਸਮਰਥਕ ਲੀਡਰ ਦੇ ਤੌਰ ਤੇ ਦੇਖਿਆ। ਮੈਂ ਇਹ ਨਹੀਂ ਕਹਿੰਦਾ ਕਿ ਗੁਰਜੀਤ ਔਜਲਾ ਨੇ ਬਗਾਵਤ ਕਰਤੀ, ਪਰ ਗੁਰਜੀਤ ਔਜਲਾ ਦਾ ਇਹ ਕਹਿਣਾ ਕਿ ਕਾਂਗਰਸ ਦੀ ਸਰਕਾਰ 'ਚ ਅਕਾਲੀ ਅਫਸਰਾਂ ਦਾ ਦਬਦਬਾ ਹੈ ਤੇ ਅਕਾਲੀਆਂ ਦੀ ਗੱਲ ਜ਼ਿਆਦਾ ਸੁਣੀ ਜਾਂਦੀ ਹੈ, ਇਹ ਬਹੁਤ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਇਸ ਤਰੀਕੇ ਦੇ ਬਿਆਨ ਨੇ ਜਿਹੜੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਕਿਉਂ ਦੇ ਰਹੇ ਨੇ। ਦੇਖੋ, ਜਦੋਂ ਨਵਜੋਤ ਸਿੰਘ ਸਿੱਧੂ ਅਰੁਣ ਜੇਤਲੀ ਦੇ ਆਉਣ ਤੋਂ ਬਾਅਦ ਸ਼ਾਂਤ ਹੋ ਕੇ ਅੰਮ੍ਰਿਤਸਰ ਛੱਡ ਕੇ ਚਲੇ ਗਏ ਸੀ, ਅਰੁਣ ਜੇਤਲੀ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਸੀ ਔਰ ਬਹੁਤ ਵੱਡੇ ਫਾਸਲੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਅਰੁਣ ਜੇਤਲੀ ਨੂੰ ਹਰਾਇਆ ਸੀ। ਉਸ ਵੇਲੇ ਇਹ ਮੰਨਿਆ ਜਾਂਦਾ ਸੀ, ਕਿਉਂਕਿ ਪ੍ਰਧਾਨ ਸੀਗੇ ਦਿਹਾਤੀ ਜ਼ਿਲ੍ਹੇ ਦੇ ਗੁਰਜੀਤ ਔਜਲਾ, ਅੰਮ੍ਰਿਤਸਰ ਰੂਰਲ ਦੇ ਪ੍ਰੈਜ਼ੀਡੈਂਟ ਸੀਗੇ, ਔਰ ਉਸ ਵੇਲੇ ਇਹ ਮੰਨਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਸੀਟ ਛੱਡ ਗਏ, ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਕਿ ਮੈਂ ਤਾਂ ਅਸੈਂਬਲੀ 'ਚ ਹੀ ਕੰਮ ਕਰਨ ਨੂੰ ਠੀਕ ਸਮਝਦਾ, ਪੰਜਾਬ 'ਚ ਹੀ ਕੰਮ ਕਰਨਾ ਚਾਹੁੰਦਾ, ਮੈਂ ਪਾਰਲੀਮੈਂਟ 'ਚ ਨਹੀਂ ਜਾਣਾ, ਕਿਉਂਕਿ ਪਾਰਲੀਮੈਂਟ 'ਚ ਡਿਪਟੀ ਲੀਡਰ ਕੈਪਟਨ ਅਮਰਿੰਦਰ ਨੂੰ ਬਣਾਇਆ ਗਿਆ ਸੀ ਕਾਂਗਰਸ ਵੱਲੋਂ। ਅਤੇ ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਨੇ ਵਕਾਲਤ ਕੀਤੀ ਹੈ ਕਿ ਮੇਰੇ ਤੋਂ ਬਾਅਦ ਜਿਹੜੀ ਖਾਲੀ ਹੋਈ ਸੀਟ ਹੈ ਅੰਮ੍ਰਿਤਸਰ ਦੀ, ਉਹ ਗੁਰਜੀਤ ਔਜਲਾ ਨੂੰ ਦਿੱਤੀ ਜਾਵੇ, ਅਤੇ ਕੈਪਟਨ ਦਾ ਵੀ ਦਖਲ ਸੀ ਗੁਰਜੀਤ ਔਜਲਾ ਨੂੰ ਟਿਕਟ ਮਿਲਣ ਤੋਂ। ਦੂਜੇ ਪਾਸੇ ਸਥਾਨਕ ਪੱਧਰ 'ਤੇ ਇਹ ਵੀ ਗੱਲਾਂ ਆਈਆਂ ਨੇ ਕਿ ਭਾਵੇਂ ਕੈਪਟਨ ਅਮਰਿੰਦਰ ਨੇ ਸਮਰਥਨ ਕੀਤਾ ਸੀ ਗੁਰਜੀਤ ਔਜਲਾ ਨੂੰ, ਪਰ ਨਵਜੋਤ ਸਿੰਘ ਸਿੱਧੂ ਨੇ ਉਦੋਂ ਬਹੁਤ ਜ਼ੋਰ ਲਾਇਆ ਸੀ, ਕਿਉਂਕਿ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਜਦੋਂ ਕਾਂਗਰਸ 'ਚ ਆਏ, ਨਵਜੋਤ ਸਿੰਘ ਸਿੱਧੂ ਨੇ ਹਮੇਸ਼ਾ ਸਪੋਰਟ ਕੀਤੀ ਗੁਰਜੀਤ ਔਜਲਾ ਦੀ, ਔਰ ਪਿਛਲੇ ਸਮਿਆਂ 'ਚ ਗੁਰਜੀਤ ਔਜਲਾ ਔਰ ਨਵਜੋਤ ਸਿੰਘ ਸਿੱਧੂ ਦੀ ਵੀ ਨੇੜਤਾ ਰਹੀ ਹੈ। ਪਰ ਗੁਰਜੀਤ ਔਜਲਾ, ਕਿਉਂਕਿ ਚੰਗੀ ਭੂਮਿਕਾ ਉਹਨਾਂ ਨੇ ਅਦਾ ਕੀਤੀ ਹੈ ਸਿਆਸਤ 'ਚ, ਪਰ ਗੁਰਜੀਤ ਔਜਲਾ ਦੇ ਬਿਆਨ ਤੋਂ ਬਾਅਦ ਮੈਂ ਵੀ ਹੈਰਾਨ ਹਾਂ ਕਿ ਕਾਂਗਰਸ ਦੇ ਅੰਦਰ ਹੋ ਕੀ ਰਿਹਾ। ਪੋਲੀਟੀਕਲ ਸਮੀਕਰਨ ਨੇ ਜਿਹੜੇ ਕਾਂਗਰਸ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਬਣ ਰਹੇ ਨੇ, ਮੈਂ ਵੀ ਇਹਨਾਂ ਗੱਲਾਂ ਤੋਂ ਬਹੁਤ ਜ਼ਿਆਦਾ ਹੈਰਾਨ ਹਾਂ। ਔਰ ਗੁਰਜੀਤ ਔਜਲਾ ਦੇ ਬਿਆਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇੱਕ ਨਵੀਂ ਤਰ੍ਹਾਂ ਦੀ ਬਹਿਸ, ਇੱਕ ਨਵੀਂ ਤਰ੍ਹਾਂ ਦੀ ਡਿਬੇਟ ਵਿਦਿਨ ਦਾ ਪਾਰਟੀ ਕਾਂਗਰਸ ਦੇ ਅੰਦਰ ਹੁਣ ਸ਼ੁਰੂ ਹੋ ਜਾਣੀ ਹੈ। ਰਵਨੀਤ ਬਿੱਟੂ ਨੂੰ ਤਾਂ ਚਲੋ ਇਹ ਮੰਨਿਆ ਜਾ ਸਕਦਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਰਵਨੀਤ ਬਿੱਟੂ ਆਪਣਾ ਕੰਪੀਟੀਸ਼ਨ ਸਮਝਦੇ ਨੇ, ਹਾਲਾਂਕਿ ਉਹ ਕੰਪੀਟੀਸ਼ਨ ਹੈ ਨਹੀਂ। ਰਵਨੀਤ ਬਿੱਟੂ ਅਤੇ ਨਵਜੋਤ ਸਿੱਧੂ ਦੀ ਉਮਰ 'ਚ ਬਹੁਤ ਫਰਕ ਹੈ। ਨਵਜੋਤ ਸਿੱਧੂ 3 ਵਾਰ ਲੋਕ ਸਭਾ ਜਿੱਤੇ, ਰਾਜ ਸਭਾ ਗਏ, ਅਸਤੀਫਾ ਦਿੱਤਾ ਰਾਜ ਸਭਾ ਦਾ, ਕਰਤਾਰਪੁਰ ਦੇ ਖੁੱਲ੍ਹਣ 'ਚ ਐਡੀ ਭੂਮਿਕਾ ਅਦਾ ਕੀਤੀ। ਜੀ ਬਿਲਕੁਲ। ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਵੀ ਇਹ ਕਿਹਾ ਕਿ ਜੇ ਗ੍ਰਹਿ ਮੰਤਰਾਲੇ ਕੈਪਟਨ ਕੋਲੋਂ ਨਹੀਂ ਸੰਭਾਲਿਆ ਜਾਂਦਾ ਤੇ ਉਹ ਕਿਸੇ ਹੋਰ ਨੂੰ ਦੇ ਦੇਣ। ਤੇ ਉਹ ਤੋਂ ਸ਼ਮਸ਼ੇਰ ਦੂਲੋਂ ਦੀ ਜੇ ਗੱਲ ਕਰੀਏ, ਉਹ ਵੀ ਕੈਪਟਨ ਤੇ ਰਾਜਨੀਤਿਕ ਹਮਲੇ ਕਰੀ ਜਾ ਰਹੇ ਨੇ। ਕੀ ਇਹ ਐਮਪੀਜ਼ ਦੇ ਵਿਚਾਲੇ ਆਪਸੀ ਵਿਚਾਰਾਂ ਦੀ ਮਤਭੇਦ ਆਪਾਂ ਕਹਿ ਸਕਦੇ ਹਾਂ? ਦੇਖੋ, ਸ਼ਮਸ਼ੇਰ ਸਿੰਘ ਦੂਲੋਂ ਹੁਣੀ ਬਹੁਤ ਸੀਨੀਅਰ ਲੀਡਰ ਰਹੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ, ਪਹਿਲਾਂ ਰਾਜ ਸਭਾ 'ਚ ਰਹੇ ਨੇ, ਵਿਧਾਨ ਸਭਾ 'ਚ ਰਹੇ ਨੇ, ਔਰ ਰਵਨੀਤ ਬਿੱਟੂ ਨੇ ਵੀ ਕਿਹਾ ਵੀ ਜੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਤੋਂ ਇਨਸਾਫ ਨਹੀਂ ਦੇ ਹੁੰਦਾ ਜਾਂ ਕਾਰਵਾਈ ਨਹੀਂ ਹੁੰਦੀ ਤੇ ਗ੍ਰਹਿ ਮੰਤਰਾਲਾ ਕਿਸੇ ਹੋਰ ਨੂੰ ਦਿੱਤਾ ਜਾਣਾ ਚਾਹੀਦਾ। ਇਹਦਾ ਮਤਲਬ ਇਹ ਹੈ ਕਿ ਮੈਂ ਇਹ ਮੰਨ ਸਕਦਾ ਕਿ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਜਦੋਂ ਮੌਕਾ ਲੱਗਦਾ ਹੈ ਉਹ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਪੋਲੀਟੀਕਲ ਹਮਲਾ ਕਰਦੇ ਨੇ, ਸਿਆਸੀ ਹਮਲਾ ਕਰਦੇ ਨੇ। ਮਤਲਬ ਕਿ ਇਸ ਵਕਤ ਪੰਜਾਬ ਦੀ ਸਿਆਸਤ 'ਚ ਕਾਂਗਰਸ 'ਚ ਵੀ ਕੈਪਟਨ ਅਮਰਿੰਦਰ ਸ਼ਾਇਦ ਸੁਪਰੀਮ ਮੰਨਣ ਨੂੰ ਤਿਆਰ ਨਹੀਂ ਲੋਕ, ਮੈਨੂੰ ਇਹ ਲੱਗਦਾ, ਵਿਦਿਨ ਦਾ ਪਾਰਟੀ ਵੀ। ਸੋ ਕਾਂਗਰਸ ਦੇ ਅੰਦਰ ਵੀ ਜਿਹੜੀ ਕੈਪਟਨ ਅਮਰਿੰਦਰ ਦੀ ਇੱਕ ਸੁਪਰਮੇਸੀ ਸੀ, ਉਹਨੂੰ ਚੈਲੰਜ ਕਿਤੇ ਨਾ ਕਿਤੇ ਵੱਖ-ਵੱਖ ਲੀਡਰ ਕਰ ਰਹੇ ਨੇ, ਭਾਵੇਂ ਰਵਨੀਤ ਬਿੱਟੂ ਹੈ, ਭਾਵੇਂ ਗੁਰਜੀਤ ਔਜਲਾ ਉਹਨਾਂ ਦਾ ਬਿਆਨ ਹੈ, ਭਾਵੇਂ ਉਹ ਕਹਿ ਦੇਣ ਕਿ ਮੈਂ ਇਸ ਤਰ੍ਹਾਂ ਕੁਛ ਨਹੀਂ, ਮੇਰੀ ਸੋਚ, ਪਰ ਭਾਵ ਉਹਦੇ ਇਹ ਨਿਕਲਦੇ ਨੇ, ਆਮ ਲੋਕ ਇਹ ਗੱਲ ਮਹਿਸੂਸ ਕਰਨਗੇ। ਔਰ ਨਵਜੋਤ ਸਿੰਘ ਸਿੱਧੂ ਦੇ ਨਾਲ ਤਾਂ ਉਹਨਾਂ ਦਾ ਸਿਆਸੀ ਜਿਹੜਾ 36 ਦਾ ਅੰਕੜਾ ਬਣਿਆ ਹੀ ਹੋਇਆ, ਹਾਲਾਂਕਿ ਉਹਦੇ 'ਚ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਹਿਲ ਕੈਪਟਨ ਅਮਰਿੰਦਰ ਕਰ ਗਏ। ਜਦੋਂ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਿਆ, ਜਿਹੜੇ ਕਿ ਲੋਕਲ ਬਾਡੀਜ਼ ਦਾ ਮਹਿਕਮਾ ਬੜਾ ਚੰਗੀ ਤਰ੍ਹਾਂ ਚਲਾ ਰਹੇ ਸੀ, ਬਹੁਤ ਵਧੀਆ ਉਹਨਾਂ ਨੇ ਉਹਦੇ 'ਚ ਬਹੁਤ ਸਾਰੇ ਫੈਸਲੇ ਕੀਤੇ ਸੀ, ਇਸ਼ਤਿਹਾਰਾਂ ਦੀ ਪਾਲਿਸੀ ਨੂੰ ਲੈ ਕੇ ਚੰਗੇ ਫੈਸਲੇ ਕੀਤੇ ਸੀ। ਲੋਕਾਂ ਨੂੰ ਜਿਹੜੀਆਂ ਇਸ਼ਤਿਹਾਰਾਂ ਦੇ ਵਿੱਚ ਮਾਫੀਆ ਠੱਗੀਆਂ ਲਾਉਂਦਾ ਸੀ,
ਉਹ ਸਿੱਧੂ ਦੇ ਜਾਣ ਤੋਂ ਬਾਅਦ ਉਹ ਮਾਫੀਆ ਫਿਰ ਲੱਖਾਂ ਕਰੋੜਾਂ ਦੀਆਂ ਠੱਗੀਆਂ ਲਾ ਰਿਹਾ ਇਸ਼ਤਿਹਾਰਾਂ ਦੀਆਂ ਵੱਡੇ ਵੱਡੇ ਸ਼ਹਿਰਾਂ 'ਚ ਜਿਹੜੇ ਤੁਸੀਂ ਆ ਕੰਧਾਂ ਦੇ ਵੱਡੇ ਵੱਡੇ ਬੋਰਡ ਲੱਗੇ ਦੇਖਦੇ ਹੋ, ਇਹਦੇ ਪਿੱਛੇ ਬਹੁਤ ਘੁਟਾਲੇ ਨੇ। ਜਿਵੇਂ ਸਿਟੀ ਸੈਂਟਰ ਦੇ ਘੁਟਾਲੇ 'ਚ ਮੈਂ ਕੰਮ ਕੀਤਾ ਸੀ, ਅਗਰ ਸਮੇਂ ਸਿਰ ਸਾਡਾ ਕਿਤੇ ਹੱਥ ਪੈ ਜੇ ਤੇ ਅਸੀਂ ਆ ਇਸ਼ਤਿਹਾਰਾਂ ਦਾ ਘੁਟਾਲਾ ਵੀ ਬਹੁਤ ਕੱਢ ਦਈਏ ਬਾਹਰ। ਸੋ ਕੋਈ ਵਕਤ ਆਊਗਾ ਜ਼ਰੂਰ ਇਹਦੇ ਤੇ ਕੱਢਾਂਗੇ ਇਹਨੂੰ ਘੁਟਾਲੇ ਨੂੰ। ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਸ਼ਮਸ਼ੇਰ ਦੂਲੋਂ ਉਹ ਇਤਰਾਜ਼ ਕਰ ਰਹੇ ਨੇ, ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਵੀ ਨਹੀਂ, ਕੈਪਟਨ ਅਮਰਿੰਦਰ ਤੋਂ ਉਸ ਤਰੀਕੇ ਦੀ ਇਸ ਵਕਤ ਗਵਰਨਮੈਂਟ ਦੀ ਫੰਕਸ਼ਨਿੰਗ ਨਹੀਂ ਹੋ ਰਹੀ। ਕਿਉਂ ਹੋ ਰਿਹਾ ਅਜਿਹਾ? ਕਿ ਕੈਪਟਨ ਅਮਰਿੰਦਰ ਦੇ ਜਿਹੜੇ ਸਲਾਹਕਾਰ ਸੀ, ਆਲੇ ਦੁਆਲੇ ਦੇ ਲੋਕ ਸੀ, ਇਸ ਵਾਰ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਤੋਂ ਉਹੀ ਗਲਤੀਆਂ ਕਰਾਈਆਂ ਜਿਹੜੀਆਂ 2002 ਤੋਂ 2007 'ਚ ਕਰਵਾਈਆਂ ਸੀ। ਉਸ ਵੇਲੇ ਵੀ ਕੈਪਟਨ ਅਮਰਿੰਦਰ ਸ਼ਾਇਦ ਉਹ ਜਿਹੜਾ ਉਹਨਾਂ ਦੇ ਆਲੇ ਦੁਆਲੇ ਜਿਹੜੇ ਖਾਸ ਲੋਕ ਬਣ ਜਾਂਦੇ ਨੇ ਉਹਨਾਂ ਦੀਆਂ ਗੱਲਾਂ 'ਚੋਂ ਬਾਹਰ ਨਹੀਂ ਸੀ ਆਏ। ਬਹੁਤ ਸਾਰੇ ਪੋਲੀਟੀਕਲ ਜਿਹੜੇ ਐਕਸਪਰਟ ਨੇ ਉਹ ਇਹ ਗੱਲ ਨੂੰ ਕਹਿੰਦੇ ਨੇ। ਇਸ ਵਾਰ ਵੀ ਸ਼ਾਇਦ ਉਸੇ ਤਰ੍ਹਾਂ ਦਾ ਮਾਹੌਲ ਹੈ। ਜਿਹੜੇ ਆਲੇ ਦੁਆਲੇ ਦੇ ਕੁਝ ਲੋਕ ਨੇ ਕਿ ਕੈਪਟਨ ਅਮਰਿੰਦਰ ਸਿਰਫ ਉਹਨਾਂ ਦੀ ਫੀਡਬੈਕ ਤੇ ਕੰਮ ਕਰ ਰਹੇ ਨੇ। ਹੁਣ ਗੁਰਜੀਤ ਔਜਲਾ ਨੇ ਜਿਵੇਂ ਕਿਹਾ ਵੀ ਅਫਸਰ ਨੇ ਸ਼ਾਇਦ ਉਹ ਕੈਪਟਨ ਅਮਰਿੰਦਰ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ। ਦੇਖੋ, ਇੱਕ MP ਦਾ ਇਹ ਕਹਿਣਾ ਕਿ ਇੱਕ ਐਡੇ ਕਾਬਲ ਮੁੱਖ ਮੰਤਰੀ ਨੂੰ ਅਫਸਰ ਗੁੰਮਰਾਹ ਕਰੀ ਜਾਂਦੇ ਨੇ, ਤੇ ਇਹ ਤਾਂ ਜ਼ਰੂਰ ਕੈਪਟਨ ਅਮਰਿੰਦਰ ਨੂੰ ਬਾਕੀ ਸਾਰੇ ਕੰਮ ਛੱਡ ਕੇ ਪਹਿਲਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸ਼ਮਸ਼ੇਰ ਦੂਲੋਂ ਨੇ, ਲਗਭਗ ਸਾਰੇ ਲੀਡਰਾਂ ਨੇ ਇਸੇ ਤਰ੍ਹਾਂ ਦੇ ਬਿਆਨ ਦਿੱਤੇ ਨੇ। ਇਹਦਾ ਮਤਲਬ ਇਹ ਹੈ ਵੀ ਇਕੱਲੇ ਨਵਜੋਤ ਸਿੰਘ ਸਿੱਧੂ ਕਰਕੇ ਜੋ ਮਾਹੌਲ ਹੈ ਉਹ ਨਹੀਂ ਬਣਿਆ। ਜਿਹੜੇ ਆ 6 ਮੰਤਰੀ ਇਲਜ਼ਾਮ ਲਾਉਂਦੇ ਨੇ ਨਾ ਵੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਇਲਜ਼ਾਮ ਲਾ ਰਹੇ ਨੇ, ਕੈਪਟਨ ਅਮਰਿੰਦਰ ਤੇ ਇਲਜ਼ਾਮ ਲਾ ਰਹੇ ਨੇ, ਆਪਣੀ ਕਾਂਗਰਸ ਦੀ ਸਰਕਾਰ ਨੂੰ ਹੀ ਸਵਾਲਾਂ 'ਚ ਲਿਆ ਰਹੇ ਨੇ, ਆਪ ਨਾਲ ਰਲੇ ਹੋਏ ਨੇ, BJP ਨਾਲ ਰਲੇ ਹੋਏ ਨੇ। ਸਿੱਧੂ ਆਪ ਨਾਲ ਕਿੱਥੋਂ ਰਲ ਗਿਆ, ਸਿੱਧੂ BJP ਨਾਲ ਕਿੱਥੋਂ ਰਲ ਗਿਆ, ਇਹ ਮੰਤਰੀਆਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ। ਪਹਿਲਾਂ ਕੈਪਟਨ ਅਮਰਿੰਦਰ ਨੇ ਵੀ ਐਂ ਕਿਹਾ ਸੀ ਵੀ ਸਿੱਧੂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਕੇਜਰੀਵਾਲ ਦੇ ਨਾਲ। ਹੁਣ ਕੈਪਟਨ ਅਮਰਿੰਦਰ ਦੀਆਂ ਵੀ ਮੀਟਿੰਗਾਂ ਤਾਂ ਦੁਨੀਆ ਦੇ ਵੱਖ-ਵੱਖ ਲੋਕਾਂ ਨਾਲ ਹੋ ਰਹੀਆਂ ਨੇ, ਉਹਦੇ ਤੇ ਤਾਂ ਕਿਸੇ ਨੇ ਸਵਾਲ ਖੜਾ ਨਹੀਂ ਕੀਤਾ। ਸੋ ਗੱਲ ਇਹ ਹੈ ਕਿ ਮੈਂ ਅੱਗੇ ਦੇਖਦਾ ਸੀ ਵੀ ਸ਼ਾਇਦ ਫਲ ਹੀ ਮੌਸਮੀ ਹੁੰਦੇ। ਅੱਜ ਮੈਂ ਗੱਲ ਇੱਕ ਵੀਡੀਓ ਜਿਹੀ 'ਚ ਤੁਰੀ ਹੋਈ ਹੈ, ਇਕੱਲੇ ਫਲ ਨਹੀਂ ਮੌਸਮੀ ਹੁੰਦੇ, ਪੋਲੀਟੀਕਲ ਲੀਡਰ ਵੀ ਨੇ ਜਿਹੜੇ ਉਹ ਮੌਸਮ ਦੇ ਹਿਸਾਬ ਨਾਲ ਬਦਲਦੇ ਨੇ। ਸੋ ਇਹ ਜਿਹੜੀ ਗੱਲ ਕਰ ਰਹੇ ਨੇ ਮੰਤਰੀ, ਇਹਨਾਂ ਨੇ ਕੋਈ ਮੌਸਮੀ ਗੱਲ ਨਹੀਂ ਕੀਤੀ, ਇਹਨਾਂ ਨੇ ਪੋਲੀਟੀਕਲ ਗੱਲ ਕੀਤੀ ਕਿ ਸਿੱਧੂ ਕਰਕੇ ਕਾਂਗਰਸ ਦਾ ਅਕਸ ਖਰਾਬ ਹੋ ਰਿਹਾ। ਹੁਣ ਜੇ ਸਿੱਧੂ ਕਰਕੇ ਕਾਂਗਰਸ ਦਾ ਅਕਸ ਖਰਾਬ ਹੋ ਰਿਹਾ, ਇਹ 6 ਮੰਤਰੀ ਨੇ ਜਿਹੜੇ, ਇਹਨਾਂ ਨੇ ਰਵਨੀਤ ਬਿੱਟੂ ਦੇ ਬਿਆਨ ਨਹੀਂ ਸੁਣੇ ਹੋਣੇ। ਅਗਰ ਇਹਨਾਂ ਮੰਤਰੀਆਂ ਨੇ ਰਵਨੀਤ ਬਿੱਟੂ ਦੇ ਬਿਆਨ ਨਹੀਂ ਸੁਣੇ, ਇਹਨਾਂ ਦੇ MP ਦੇ ਬਿਆਨ, ਜਿਹੜਾ ਕਿ ਹੁਣ ਪਾਰਲੀਮੈਂਟ ਦੇ ਵਿੱਚ ਲੀਡਰ ਹੈ ਪਾਰਟੀ ਦਾ ਆਪ ਕਾਂਗਰਸ ਦਾ, ਹੁਣ ਜੇ 6 ਮੰਤਰੀਆਂ ਨੇ ਰਵਨੀਤ ਬਿੱਟੂ ਦੇ ਬਿਆਨ ਨਹੀਂ ਸੁਣੇ ਤੇ ਫਿਰ ਇਹ 6 ਮੰਤਰੀਆਂ ਨੂੰ ਜ਼ਰੂਰ ਕਿਸੇ ਚੰਗੇ ਪੋਲੀਟੀਕਲ ਸਾਇੰਸ ਦੇ ਟੀਚਰ ਕੋਲੇ ਟਿਊਸ਼ਨ ਰਖਾਉਣੀ ਚਾਹੀਦੀ ਹੈ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਜੋ ਰਵਨੀਤ ਬਿੱਟੂ ਕਹਿ ਰਿਹਾ ਹੈ, ਜੋ ਗੁਰਜੀਤ ਔਜਲਾ ਕਹਿ ਰਹੇ ਨੇ, ਜੋ ਸ਼ਮਸ਼ੇਰ ਦੂਲੋ ਕਹਿ ਰਹੇ ਨੇ, ਜਾਂ ਪਾਰਟੀ ਦੇ ਕਾਂਗਰਸ ਦੇ ਹੋਰ ਵਰਕਰ ਕਹਿ ਰਹੇ ਨੇ, ਨਵਜੋਤ ਸਿੰਘ ਸਿੱਧੂ ਉਸ ਹੱਦ ਤੇ ਤਾਂ ਗਿਆ ਹੀ ਨਹੀਂ ਹਜੇ। ਨਵਜੋਤ ਸਿੰਘ ਸਿੱਧੂ ਨੇ ਤਾਂ ਕਿਹਾ ਹੀ ਨਹੀਂ ਗ੍ਰਹਿ ਮੰਤਰੀ ਬਦਲ ਦਿਓ, ਤਾਂ ਸਵਾਲ ਕਰ ਰਿਹਾ ਵੀ ਗ੍ਰਹਿ ਮੰਤਰੀ ਨੇ ਕਾਰਵਾਈ ਕਿਉਂ ਨਹੀਂ ਕੀਤੀ। ਉਹ ਤਾਂ ਬਿੱਟੂ ਕਹਿ ਰਿਹਾ ਵੀ ਜੇ ਨਹੀਂ ਚੱਲਦਾ ਤੇ ਮਹਿਕਮਾ ਬਦਲ ਦਿਓ। ਸੋ ਮੇਰੇ ਕਹਿਣ ਦਾ ਮਤਲਬ ਹੈ ਇਹ 6 ਮੰਤਰੀਆਂ ਨੇ ਵੀ ਜਿਹੜੀ ਲੀਡ ਲਈ ਹੈ, ਸ਼ਮਸ਼ੇਰ ਦੂਲੋ ਉਹਨਾਂ ਨੇ ਵੀ ਕਿਹਾ, ਬਿਆਨ ਦਿੱਤਾ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਤੋਂ ਫੰਕਸ਼ਨਿੰਗ ਨਹੀਂ ਹੋ ਰਹੀ ਸਰਕਾਰ ਦੀ। ਸੋ ਮੈਂ 6 ਮੰਤਰੀਆਂ ਦੀ ਗੱਲ ਤਾਂ ਕਰ ਰਿਹਾ ਕਿਉਂਕਿ 6 ਮੰਤਰੀਆਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੰਗ ਇਹ ਹੋ ਰਹੀ ਹੈ ਵੀ ਨਵਜੋਤ ਸਿੰਘ ਸਿੱਧੂ ਤੇ ਅਨੁਸ਼ਾਸਨੀ ਕਾਰਵਾਈ ਕਰ ਦਿਓ। ਫਿਰ ਤਾਂ ਅਨੁਸ਼ਾਸਨੀ ਕਾਰਵਾਈ ਦੀ ਮੰਗ ਗੁਰਜੀਤ ਔਜਲਾ ਤੇ ਵੀ ਕਰ ਲਓ, ਰਵਨੀਤ ਬਿੱਟੂ ਤੇ ਵੀ ਕਰ ਲਓ। ਇਹਦਾ ਮਤਲਬ ਹੈ ਜਿਹੜੇ 6 ਮੰਤਰੀ ਨੇ, ਹੋ ਸਕਦਾ ਇਹਨਾਂ ਨੂੰ ਵੀ ਨਾ ਪਤਾ ਹੋਵੇ ਕਿ ਇਹਨਾਂ ਦੇ ਬਿਆਨ ਕੀ ਆਏ ਨੇ ਬਾਹਰ, ਕਿਉਂਕਿ ਜਿਹੜੇ ਮੈਂ ਦੱਸਿਆ ਨਾ ਖਾਸ ਲੋਕ ਹੁੰਦੇ ਨੇ, ਕਈ ਵਾਰੀ ਉਹ ਟੈਲੀਫੋਨ ਕਰਕੇ ਦੱਸਦੇ ਵੀ ਪ੍ਰੈਸ ਨੋਟ 'ਚ ਤੁਹਾਡਾ ਨਾਮ ਪਾਉਣ ਲੱਗੇ ਆ। ਹੋ ਸਕਦਾ ਇਹ ਵੀ ਕੋਈ ਵੱਡੀ ਗੱਲ ਨਹੀਂ, ਇੱਕ ਅੱਧੇ ਮੰਤਰੀ ਨੂੰ ਛੱਡ ਕੇ ਜਿਹੜੇ ਬਾਕੀ ਮੰਤਰੀ ਹੈ ਜਿਨ੍ਹਾਂ ਦੇ ਨਾਂ 'ਤੇ ਬਿਆਨ ਆਏ ਨੇ, ਉਹਨਾਂ ਨੂੰ ਨੀਂਦ ਨਾ ਆਈ ਹੋਵੇ ਰਾਤ ਨੂੰ ਵੀ ਸਾਡਾ ਨਾਮ ਕਿਉਂ ਪਾਤਾ, ਕੈਪਟਨ ਸਾਹਿਬ ਦੀ ਟੀਮ ਨੇ ਸਾਡਾ ਨਾਮ ਕਿਉਂ ਪਾਤਾ। ਉਹ ਦੁਖੀ ਹੋਣਗੇ। ਕਿਉਂ? ਕਿਉਂਕਿ ਮੈਂ ਬਹੁਤ ਸਾਰੇ ਹਲਕਿਆਂ 'ਚ ਮੈਂ ਆਮ ਤੌਰ 'ਤੇ ਵਿਚਰਦਾ ਰਹਿੰਦਾ। ਮੈਂ ਸਾਰਾ ਦਿਨ ਪੰਜਾਬ, ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਮੈਂ ਆਉਂਦਾ ਜਾਂਦਾ ਰਹਿੰਦਾ। ਅੱਜ ਕੱਲ੍ਹ ਤਾਂ ਸਰਕਾਰ ਨੇ ਪਾਸ ਬਣਾ ਕੇ ਦਿੱਤਾ ਹੋਇਆ। ਹੁਣ ਹੁੰਦਾ ਕੀ ਹੈ ਕਿ ਇਹ ਜਿਹੜੇ ਮੰਤਰੀ ਨੇ, ਇਹਨਾਂ ਦੇ ਹਲਕਿਆਂ 'ਚ ਜਦੋਂ ਜ਼ਮੀਨੀ ਪੱਧਰ 'ਤੇ ਕੁਝ ਲੋਕਾਂ ਨਾਲ ਗੱਲ ਕਰੋ ਨਾ, ਉਹ ਆਪਣੇ ਮੰਤਰੀ ਨਾਲ ਸਹਿਮਤ ਨਹੀਂ। ਸੋ ਮੈਂ ਇਹ 6 ਮੰਤਰੀਆਂ 'ਚੋਂ 7 ਮੰਤਰੀ ਜਿਹੜੇ ਹੋ ਗਏ, ਇਹਨਾਂ ਦੇ ਕਈਆਂ ਦੇ ਹਲਕਿਆਂ ਦੇ ਲੋਕਾਂ ਨਾਲ ਗੱਲ ਕੀਤੀ, ਆਮ ਲੋਕਾਂ ਨਾਲ, ਵੀ ਤੁਹਾਡਾ ਮੰਤਰੀ ਤਾਂ ਕਹਿੰਦਾ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਅਨੁਸ਼ਾਸਨ ਭੰਗ ਕਰ ਰਿਹਾ, ਇਹਦੇ 'ਤੇ ਕਾਰਵਾਈ ਕਰੋ। ਤੇ ਉਹ ਲੋਕ ਕਹਿੰਦੇ ਅਸੀਂ ਇਸ ਵਾਰ ਮੰਤਰੀ ਨੂੰ ਵੋਟ ਹੀ ਨਹੀਂ ਪਾਉਣੀ। ਹੁਣ ਤੁਸੀਂ ਸਥਿਤੀਆਂ ਦੇਖੋ, ਜਿਹੜੇ ਮੰਤਰੀ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਅਨੁਸ਼ਾਸਨਹੀਨਤਾ ਕਰ ਰਿਹਾ, ਉਹਨਾਂ ਮੰਤਰੀਆਂ ਦੇ ਹਲਕਿਆਂ ਦੇ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਐਤਕੀ ਮੰਤਰੀ ਨੂੰ ਵੋਟ ਹੀ ਨਹੀਂ ਪਾਉਣੀ। ਇਹਦੇ ਤੋਂ ਕੀ ਮਤਲਬ ਕੱਢਿਆ ਜਾਵੇ? ਇਹਦਾ ਮਤਲਬ ਇਹ ਹੈ ਕਿ ਸ਼ਾਇਦ ਮੰਤਰੀਆਂ ਨੇ ਵੀ ਹੋਮਵਰਕ ਨਹੀਂ ਕੀਤਾ, ਜ਼ਮੀਨੀ ਕੰਮ ਨਹੀਂ ਕੀਤਾ, ਗਰਾਊਂਡ ਵਰਕ ਨਹੀਂ ਕੀਤਾ ਇਸ ਵਾਰ। ਸੋ ਇਹ ਇਸ ਕਰਕੇ ਇੱਕ ਪੰਜਾਬ 'ਚ ਜਿਹੜੀ ਕਾਂਗਰਸ ਦੀ ਸਥਿਤੀ ਹੈ
ਉਹ ਬਹੁਤ ਜ਼ਿਆਦਾ ਹੈਰਾਨੀਜਨਕ ਬਣੀ ਹੋਈ ਹੈ। ਮੈਂ ਤਾਂ ਸੋਚ ਰਿਹਾ ਸੀ ਵੀ ਕਿਸਾਨ ਅੰਦੋਲਨ 'ਚ ਕੈਪਟਨ ਅਮਰਿੰਦਰ ਨੇ ਐਡਾ ਸਾਥ ਦਿੱਤਾ ਕਿਸਾਨਾਂ ਦਾ, ਵੀ ਕਿਤੇ ਕਿਸਾਨ ਹੀ ਨਾ ਫੈਸਲਾ ਕਰ ਦੇਣ ਵੀ ਅਸੀਂ ਕੈਪਟਨ ਅਮਰਿੰਦਰ ਦੇ ਨਾਲ ਖੜਾਂਗੇ 2022 ਦੇ ਵਿੱਚ, ਤੇ ਕੈਪਟਨ ਅਮਰਿੰਦਰ ਸਰਕਾਰ ਬਣਾ ਜੂਗਾ। ਜੇ ਹੁਣ ਕਿਸਾਨ ਸਮਰਥਨ ਵੀ ਕਰ ਦੇਣ ਤੇ ਕਾਂਗਰਸ 'ਚ ਆਪਣੇ ਲੋਕ ਹੀ ਕਾਂਗਰਸ ਦੇ ਇਹਨਾਂ ਦੇ ਖੁਸ਼ ਨਹੀਂ ਕੈਪਟਨ ਅਮਰਿੰਦਰ ਤੋਂ, ਮੈਂ ਤਾਂ ਇਹ ਦੇਖ ਰਿਹਾ। ਇਹਦਾ ਮਤਲਬ ਹੈ ਕੈਪਟਨ ਅਮਰਿੰਦਰ ਨੂੰ ਕੋਈ ਥੋੜਾ ਥੂਲਾ ਕਰਾ ਲੈਣਾ ਚਾਹੀਦਾ, ਕਿਸੇ ਸਿਆਣੇ ਬਜ਼ੁਰਗ ਤੋਂ ਪੁੱਛਿਆ ਲੈ ਲੈਣੀ ਚਾਹੀਦੀ ਹੈ ਵੀ ਆਪਣੇ ਬਾਕੀ ਮੰਤਰੀਆਂ ਨੂੰ, ਆਪਣੇ ਐਮਪੀਆਂ ਨੂੰ ਕਿਵੇਂ ਕੰਟਰੋਲ 'ਚ ਰੱਖਣਾ ਸਿੱਧੂ ਤੋਂ ਬਿਨਾਂ। ਬਿਲਕੁਲ, ਕਿਸਾਨ ਅੰਦੋਲਨ ਦੀ ਤੁਸੀਂ ਗੱਲ ਕੀਤੀ, ਉਹਦੇ ਤੇ ਵੀ ਅਸੀਂ ਆਵਾਂਗੇ, ਲੇਕਿਨ ਫਿਲਹਾਲ ਸਿੱਧੂ ਦੀ ਗੱਲ ਕਰ ਲਈਏ। ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਟਵੀਟ ਦੇ ਰਾਹੀਂ ਬਹੁਤ ਹੀ ਸੁਰਖੀਆਂ 'ਚ ਰਹਿੰਦੇ ਨੇ, ਰੋਜ਼ ਟਵੀਟ ਕਰਕੇ ਕੋਈ ਨਾ ਕੋਈ ਨਵਾਂ ਮੁੱਦਾ ਪੋਲਿਟਿਕਸ ਨੂੰ ਦੇ ਦਿੰਦੇ ਨੇ, ਤੇ ਅੱਜ ਫੇਰ ਉਹਨਾਂ ਦਾ ਇੱਕ ਟਵੀਟ ਆਇਆ, ਕੀ ਕਹਿਣਾ ਚਾਹੋਗੇ? ਨਹੀਂ ਦੇਖੋ ਸੁਖਵੀਰ, ਉਹਨਾਂ ਦੇ ਟਵੀਟ ਤਾਂ ਲਗਾਤਾਰ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਦੇ। ਨਵਜੋਤ ਸਿੰਘ ਸਿੱਧੂ, ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿਣਾ, ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਵੀ ਝੋਲੀਆਂ ਅੜਦਾ ਰਿਹਾ। ਜਾਂ ਤਾਂ ਹੋਵੇ ਨਾ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਕਦੀ ਇਨਸਾਫ ਦੀ ਗੱਲ ਨਾ ਕੀਤੀ ਹੋਵੇ, ਤੇ ਜਦੋਂ ਉਹਨੂੰ ਲੱਗਿਆ ਵੀ ਹੁਣ ਹੋਰ ਕੋਈ ਮੌਕਾ ਹੈ ਨਹੀਂ, ਤੇ ਉਹ ਟਵੀਟ ਕਰਨ ਲੱਗ ਗਿਆ ਵੀ ਬੇਅਦਬੀ ਦੇ ਇਨਸਾਫ ਕਿਉਂ ਨਹੀਂ ਮਿਲ ਰਹੇ। ਨਵਜੋਤ ਸਿੰਘ ਸਿੱਧੂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ, ਇਹ ਤਾਂ ਦੁਨੀਆ ਜਾਣਦੀ ਹੈ, ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ। ਇਹ ਤਾਂ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਉਹ ਟਵੀਟ ਵਾਲੇ ਵਰਕੇ ਹੇਠਾਂ ਚਲੇ ਜਾਓ, ਉਹਦੇ ਫੇਸਬੁੱਕ ਪੇਜ ਤੇ 3-4 ਸਾਲ ਪਹਿਲਾਂ ਚਲੇ ਜਾਓ, ਉਦੋਂ ਲਗਾਤਾਰ ਕਹਿੰਦਾ ਸੀ ਕਿ ਕੈਪਟਨ ਅਮਰਿੰਦਰ ਨੇ ਕਿਹਾ ਇਨਸਾਫ ਦੇਵਾਂਗੇ ਤੇ ਅਸੀਂ ਇਨਸਾਫ ਦੇਵਾਂਗੇ। ਔਰ ਜਿੱਦਣ ਵਿਧਾਨ ਸਭਾ ਦਾ ਸੈਸ਼ਨ ਹੋਇਆ ਜਸਟਿਸ ਰਣਜੀਤ ਸਿੰਘ ਤੇ, ਉਸ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਕੈਪਟਨ ਸਾਹਿਬ ਨੇ ਭਰੋਸਾ ਦਿੱਤਾ ਹੈ ਤੇ ਮੈਂ ਇਸ ਭਰੋਸੇ ਤੇ ਆਸ ਪ੍ਰਗਟ ਕਰਦਾ ਕਿ ਹੁਣ ਇਨਸਾਫ ਮਿਲੂਗਾ ਤੇ ਇਨਸਾਫ ਦੇਵਾਂਗੇ। ਸੁਖਜਿੰਦਰ ਰੰਧਾਵਾ ਕਹਿੰਦੇ ਰਹੇ, ਸਾਰੇ ਮੰਤਰੀ ਕਾਂਗਰਸ ਦੇ ਕਹਿੰਦੇ ਰਹੇ। 6 ਸਾਲਾਂ 'ਚ ਜਿਹੜੀਆਂ ਕਮੇਟੀਆਂ ਇਨਸਾਫ ਨਹੀਂ ਦੇ ਸਕੀਆਂ, ਭਾਵੇਂ ਰਣਜੀਤ ਸਿੰਘ ਦੀ ਸੀ, ਭਾਵੇਂ ਜੋਰਾ ਸਿੰਘ ਦੀ ਸੀ, ਭਾਵੇਂ ਕੁੰਵਰ ਵਿਜੇ ਪ੍ਰਤਾਪ ਦੀ ਸੀ, ਜਾਂ ਸਹੋਤਾ ਹੋਣੀ ਸੀਗੇ, ਜਾਂ ਹੁਣ ਜਿਹੜੀ ਕਮੇਟੀ ਬਣੀ ਹੈ, ਇਹਦੇ ਤੋਂ ਕਿਵੇਂ ਆਸ ਕਰ ਲਾਂਗੇ ਵੀ ਇਹ 2-3-4 ਮਹੀਨਿਆਂ 'ਚ ਕੰਮ ਨਿਬੇੜ ਦੂਗੀ। ਔਰ ਇੱਕ ਵੈਸੇ ਸਧਾਰਨ ਗੱਲ ਹੈ, ਜੇ ਸਰੀਆ ਬਾਹਰ ਪਿਆ ਰਵੇ ਨਾ, ਦੇਖੋ ਲੈਂਟਰ ਮਕਾਨਾਂ ਦੇ ਪੈਂਦੇ ਆ ਨਾ, ਉੱਪਰ ਲੈਂਟਰ ਪੈਣ ਤੋਂ ਬਾਅਦ ਮਿੱਟੀ ਪਾ ਕੇ ਮੋਮਜਾਮਾ ਵਿਛਵਾ ਦਿੰਦੇ, ਪਲਾਸਟਿਕ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ। ਉਹ ਕਿਉਂ? ਤਾਂ ਕਿ ਪਾਣੀ ਨਾ ਚਲਾ ਜਾਵੇ, ਲੋਹੇ ਨੂੰ ਟੱਚ ਹੋ ਜੇ, ਸਲਾਬ ਨਾ ਚਲੀ ਜਾਵੇ, ਕਿ ਫਿਰ ਲੈਂਟਰ ਖਰਾਬ ਹੋ ਜਾਂਦਾ। ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਨੇ SIT ਬਣਾਤੀ ਜਾਂ ਕਮਿਸ਼ਨ ਬਣਾਤਾ, ਨਾ ਉੱਤੇ ਮਿੱਟੀ ਪਾਈ ਨਾ ਮੋਮਜਾਮਾ, ਉਹ ਸਲਾਬੀਆਂ ਗਈਆਂ। ਇਹਨਾਂ ਦੀਆਂ ਸਾਰੀਆਂ ਇਨਕੁਆਇਰੀਆਂ ਸਲਾਬੀਆਂ ਗਈਆਂ, ਯਾਰ ਲੱਗੀ। ਹੁਣ ਜਦੋਂ 5ਵੀਂ ਵਾਰ ਸਿੱਟ ਬਣੀ ਹੈ, ਦੇਖੋ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ 1 ਕਮਿਸ਼ਨ, ਦੂਜਾ ਕਮਿਸ਼ਨ ਰਣਜੀਤ ਸਿੰਘ ਦਾ 2 ਕਮਿਸ਼ਨ, ਖੂਬ ਸਿਆਸਤ ਹੋਈ ਇਹਨਾਂ ਤੇ, ਖੂਬ ਖਬਰਾਂ ਬਣਾਈਆਂ ਪੱਤਰਕਾਰਾਂ ਨੇ ਵੀ। 2 ਸਹੋਤਾ ਸਾਹਿਬ ਦੀ SIT ਤੇ ਕੁੰਵਰ ਵਿਜੇ ਪ੍ਰਤਾਪ ਦੀ SIT, 2 SITਆਂ ਬਣ ਗਈਆਂ। ਮਤਲਬ 4 ਵਾਰੀ ਤਾਂ ਪਹਿਲਾਂ ਇਨਕੁਆਇਰੀ ਹੋ ਗਈ, ਹੁਣ 5ਵੀਂ ਵਾਰ ਇਨਕੁਆਇਰੀ ਹੋਣੀ ਹੈ। ਤੁਸੀਂ ਦੱਸੋ, ਜਿੰਨਾ ਮੁਲਜ਼ਮਾਂ ਦੀ ਤਲਾਸ਼ ਹੈ ਉਹ ਇਹਨਾਂ ਵਰਗੇ ਨਹੀਂ ਹੋਣੇ ਕਿ 4-4 ਵਾਰ ਇਨਕੁਆਇਰੀਆਂ ਕਰਨਗੇ। ਉਹ ਮੁਲਜ਼ਮ ਐਡੇ ਸਿਆਣੇ ਹੋਣੇ ਨੇ, ਉਹਨਾਂ ਨੂੰ ਫਾਇਦਾ ਮਿਲ ਜਾਣਾ 5ਵੀਂ ਵਾਰ। ਉਹਨਾਂ ਨੇ ਕੱਲ੍ਹ ਨੂੰ ਦੇਖੋ, ਹੁਣ ਹਾਈ ਕੋਰਟ ਨੇ ਤਾਂ ਆਪਣੇ ਵੱਲੋਂ ਬੜੀ ਚੰਗੀ ਗੱਲ ਕੀਤੀ ਕਿ ਜਿਹੜੀ ਹੁਣ ਸਿੱਟ ਇਨਕੁਆਇਰੀ ਕਰੂਗੀ, ਉਹ ਪਿਛਲੀ ਜਿਹੜੀ ਸਿੱਟ ਦੀ ਰਿਪੋਰਟ ਹੈ ਉਹਨੂੰ ਆਧਾਰ ਨਹੀਂ ਬਣਾਊਗੀ। ਮਤਲਬ ਕਹਿੰਦੇ ਇਹ ਸਿੱਟ ਆਪਣੇ ਆਧਾਰ ਤੇ ਇਨਕੁਆਇਰੀ ਕਰੇ। ਹੁਣ ਹੋਣਾ ਕੀ ਹੈ, ਹੁਣ ਮੰਨ ਵੀ ਲਿਆ ਜਾਵੇ ਕਿ ਇਹ ਸਿੱਟ ਆਪਣੀ ਰਿਪੋਰਟ ਦਿੰਦੀ ਹੈ, ਜਿਹੜੇ ਮੁਲਜ਼ਮ ਨੇ, ਮੁਲਜ਼ਮਾਂ ਨੇ ਸੁਪਰੀਮ ਕੋਰਟ ਚਲੇ ਜਾਣਾ। ਸਾਡੀ ਸਰਕਾਰ ਤਾਂ ਸੁਪਰੀਮ ਕੋਰਟ ਹੀ ਨਹੀਂ ਗਈ ਕਿ ਹਰਿਆਣਾ ਤੇ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਖਾਰਜ ਕਰਨ ਦਾ, ਵੀ ਇਹਨੂੰ ਅਸੀਂ ਚੈਲੰਜ ਕਰੀਏ ਸੁਪਰੀਮ ਕੋਰਟ 'ਚ, ਇਹ ਸੁਪਰੀਮ ਕੋਰਟ ਨਹੀਂ ਗਏ। ਅਗਰ ਇਹ ਸਿੱਟ ਦੀ ਇਨਕੁਆਇਰੀ ਕੱਲ੍ਹ ਨੂੰ ਅਦਾਲਤ 'ਚ ਜਾਂਦੀ ਹੈ ਤੇ ਉਹਨਾਂ ਮੁਲਜ਼ਮਾਂ ਨੇ ਸੁਪਰੀਮ ਕੋਰਟ ਚਲੇ ਜਾਣਾ ਵੀ ਇਹ 5 ਵਾਰੀ ਇਹਨਾਂ ਨੇ ਇਨਕੁਆਇਰੀਆਂ ਕਰ ਲਈਆਂ, ਇਹਨਾਂ ਦੀ ਇਨਕੁਆਇਰੀਆਂ ਰਿਪੋਰਟਾਂ ਨਹੀਂ ਆਪਸ 'ਚ ਮਿਲਦੀਆਂ। ਸੁਭਾਵਿਕ ਗੱਲ ਹੈ, ਜਦੋਂ ਕੋਈ ਪਹਿਲਾ ਅਫਸਰ ਇਨਕੁਆਇਰੀ ਕਰੂਗਾ ਉਹ ਆਪਣੇ ਹਿਸਾਬ ਨਾਲ ਇਨਕੁਆਇਰੀ ਕਰਨਗੇ। ਦੇਖੋ ਪੁਲਿਸ ਦੀਆਂ ਇਨਕੁਆਇਰੀਆਂ ਜਾਂ ਸਰਕਾਰੀ ਕੰਮ, ਹਰ ਕੁਝ, ਸਾਰਾ ਕੁਝ ਸਬੂਤਾਂ ਤੇ ਨਹੀਂ ਚੱਲਦਾ, ਅੰਦਾਜ਼ੇ ਵੀ ਬਹੁਤ ਲਾਉਂਦੇ ਨੇ ਅਫਸਰ, ਕਹਾਣੀਆਂ ਬਣਦੀਆਂ ਨੇ ਅਫਸਰ ਦੇ ਦਿਮਾਗ 'ਚ ਕਿ ਇਸ ਤਰੀਕੇ ਨਾਲ ਹੋਇਆ ਹੋਊਗਾ, ਇੱਥੇ ਇਹਨਾਂ ਨੇ ਕੋਟਕਪੂਰਾ 'ਚ ਫਾਇਰਿੰਗ ਕੀਤੀ ਹੋ ਸਕਦੀ ਹੈ, ਇਹਨਾਂ ਨੇ ਉਕਸਾਇਆ ਹੋ ਸਕਦਾ ਹੈ, ਜਦ ਕਿ ਭੀੜ ਸ਼ਾਂਤੀਪੂਰਵਕ ਸੀ, ਉਹ ਤਾਂ ਰੱਬ ਦਾ ਨਾਂ ਤੇ ਆ ਰਹੇ ਸੀ। ਸੋ ਬਹੁਤ ਸਾਰੇ ਫੈਕਟ ਨੇ, ਪਰ ਜਦੋਂ ਇਨਕੁਆਇਰੀਆਂ 'ਚ ਉਹ ਚੀਜ਼ਾਂ ਲਿਖੀਆਂ ਜਾਣੀਆਂ ਨੇ ਹਜ਼ਾਰ ਵਰਕਿਆਂ 'ਚ, ਪੁਰਾਣੀਆਂ ਰਿਪੋਰਟਾਂ ਦੇ 1000 ਵਰਕੇ ਜਾਂ 500 ਵਰਕੇ ਤੇ ਹੁਣ ਦੀਆਂ ਰਿਪੋਰਟਾਂ ਦੇ 500 ਵਰਕੇ ਜਾਂ 1000 ਵਰਕੇ, ਉਹ ਮਿਲਣੇ ਨਹੀਂ, ਉਹਨਾਂ ਦੇ ਕੰਟੈਂਟ ਨਹੀਂ ਮਿਲਣਾ। ਇਹ ਛੋਟੀਆਂ ਚੀਜ਼ਾਂ, ਡਿਫਰੈਂਸ ਆਫ ਓਪੀਨੀਅਨ ਆਊਗਾ। ਕਿਸੇ ਮੁਲਜ਼ਮ ਨੇ 4 ਸਾਲ ਪਹਿਲਾਂ ਕੋਈ ਹੋਰ ਬਿਆਨ ਦਿੱਤਾ ਹੋਊਗਾ, ਇਸ ਵਾਰ ਉਹਦੇ ਬਿਆਨ 'ਚ ਮਾੜਾ ਮੋਟਾ ਫਰਕ ਆ ਜਾਊਗਾ, ਜਾਂ ਜਿਹੜਾ ਅਫਸਰ ਇਨਕੁਆਇਰੀ ਕਰ ਰਿਹਾ ਉਹ ਆਪਣੇ ਹਿਸਾਬ ਨਾਲ ਮੁਲਜ਼ਮ ਦਾ ਬਿਆਨ ਸਮਝੂਗਾ ਤੇ ਉਹਨੂੰ ਲਿਖੂਗਾ ਤੇ ਉਹਦੇ ਤੋਂ ਦਸਤਖਤ ਕਰਾਊਗਾ। ਸੋ ਇਸ ਕਰਕੇ ਤਕਨੀਕੀ ਤੌਰ ਤੇ ਜਦੋਂ ਵੀ ਮੁੜ ਜਾਂਚ ਹੋਊਗੀ, ਉਹ ਕਮਜ਼ੋਰ ਹੁੰਦੀ ਚਲੀ ਜਾਣੀ ਹੈ। 1984 ਆਪਾਂ ਦੇਖਿਆ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਕਿੰਨੇ ਕਮਿਸ਼ਨ ਬਣ ਗਏ, ਕਿੰਨੀਆਂ ਉੱਥੇ ਇਨਕੁਆਇਰੀਆਂ ਹੋ ਗਈਆਂ, ਕਿੰਨੀਆਂ ਸਿੱਟ ਬਣ ਗਈਆਂ। ਉਹੀ ਚੀਜ਼ ਇੱਥੇ ਹੈ, ਹਜੇ ਤਾਂ ਇਹ ਤੀਜੀ ਸਿੱਟ ਹੈ ਤੇ 5ਵੀਂ ਇਨਕੁਆਇਰੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਇਹ 6 ਮਹੀਨਿਆਂ 'ਚ ਇੰਨੀ ਕਰੈਕਟ ਇਨਕੁਆਇਰੀ ਹੋ ਜੂਗੀ ਕਿ
ਹਾਈ ਕੋਰਟ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ। ਸੋ ਇਹ ਮਸਲਾ ਮੈਂ ਮੰਨਦਾ ਲਟਕ ਗਿਆ, ਇਹ ਤਾਂ ਹੁਣ ਰੱਬ ਹੀ ਇਹਦਾ ਕੋਈ ਇਨਸਾਫ ਕਰ ਸਕਦਾ ਹੈ। ਸੋ ਇਸ ਕਰਕੇ ਇਹ ਸਾਰੇ ਜਿਹੜੇ ਟਵੀਟ ਨੇ ਸਿੱਧੂ ਦੇ, ਉਹਨਾਂ ਦਾ ਵੀ ਆਧਾਰ ਇਹੀ ਹੈ ਕਿ ਅਸੀਂ ਇਨਸਾਫ ਮੰਗ ਰਹੇ ਹਾਂ, ਇਨਸਾਫ ਦਿਓ। ਸਿੱਧੂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਸਿੱਟ ਬਣਾਉਣ ਦੀ ਬਜਾਏ ਬੜਾ ਚੰਗਾ ਹੁੰਦਾ ਅਸੀਂ ਸੁਪਰੀਮ ਕੋਰਟ 'ਚ ਜਾ ਕੇ ਚੈਲੰਜ ਕਰਦੇ, ਔਰ ਇਹਦੇ ਤੇ ਸਾਡੀ ਸਰਕਾਰ ਨੇ ਕਿਸੇ ਨੂੰ ਨਹੀਂ ਦੱਸਿਆ, ਕੋਈ ਪ੍ਰੈਸ ਨੋਟ ਨਹੀਂ ਜਾਰੀ ਕੀਤਾ ਵੀ ਅਸੀਂ ਸੁਪਰੀਮ ਕੋਰਟ ਕਿਉਂ ਨਹੀਂ ਗਏ। ਸਰਕਾਰ ਅੱਜ ਵੀ ਪ੍ਰੈਸ ਨੋਟ ਜਾਰੀ ਕਰਕੇ ਕਰਦੇ ਵੀ ਅਸੀਂ ਸੁਪਰੀਮ ਕੋਰਟ ਇਸ ਕਰਕੇ ਨਹੀਂ ਗਏ, ਤੇ ਲੋਕਾਂ ਨੂੰ ਗੱਲ ਸਮਝ ਆਵੇ। ਲੋਕਾਂ ਨੂੰ ਸਮਝ ਨਹੀਂ ਆ ਰਹੀ ਤਾਂ ਸਿੱਧੂ ਟਵੀਟ ਕਰਦਾ ਵੀ ਹਰ ਲੀਡਰ ਇਹ ਦਿਖਾਉਣਾ ਚਾਹੁੰਦਾ ਵੀ ਮੈਂ ਆਪਣੇ ਸਟੈਂਡ ਤੇ ਕਾਇਮ ਹੈ, ਔਰ ਸਿੱਧੂ ਵੀ ਕਹਿ ਰਿਹਾ ਮੈਂ ਆਪਣੇ ਸਟੈਂਡ ਤੇ ਕਾਇਮ ਹੈ। ਔਰ ਮੈਂ ਦੇਖਿਆ ਸਿੱਧੂ ਦੇ ਟਵੀਟਾਂ ਤੋਂ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਸਿੱਧੂ ਵੀ ਧੜੇਬਾਜ਼ੀ 'ਚ ਆ ਗਿਆ, ਧੜੇ ਬਣਾ ਰਿਹਾ, ਪੋਲੀਟੀਕਲ ਐਨਾਲਿਸਿਸ ਜਿਹੜੇ ਐਕਸਪਰਟ ਨੇ ਜਿਹੜੇ, ਪਰ ਮੈਨੂੰ ਇਹ ਲੱਗਦਾ ਹੈ ਕਿ ਸਿੱਧੂ ਦਾ ਧੜਾ ਕੋਈ ਨਹੀਂ, ਸਿੱਧੂ ਕੱਲਾ ਹੀ ਹੈ, ਜਿਵੇਂ ਕੇਜਰੀਵਾਲ ਕੱਲਾ ਸੀ ਤੇ ਨਰਿੰਦਰ ਮੋਦੀ ਕੱਲਾ ਸੀ। ਨਰਿੰਦਰ ਮੋਦੀ ਦੇ ਨਾਲ ਵੀ ਲੋਕ ਆਪ ਹੀ ਜੁੜਦੇ ਗਏ, ਲੀਡਰ ਜੁੜਦੇ ਗਏ। ਜਦੋਂ ਪ੍ਰਧਾਨ ਮੰਤਰੀ ਦਾ ਨਾਮ ਅਨਾਉਂਸ ਹੋਇਆ ਨਰਿੰਦਰ ਮੋਦੀ ਦਾ, ਉਦੋਂ ਇਹ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਸੀ, ਤੇ ਸੁਖਬੀਰ ਬਾਦਲ ਉਹਨਾਂ ਨੇ ਸਭ ਤੋਂ ਪਹਿਲਾਂ ਗੋਆ ਪਹੁੰਚ ਗਏ ਸੀ ਸੁਖਬੀਰ ਬਾਦਲ ਹੋਣੀ ਮੁਬਾਰਕਬਾਦ ਦੇਣ। ਗੋਆ ਤੋਂ ਮੁਬਾਰਕਬਾਦ ਭੇਜੀਆਂ ਸੀ ਸੁਖਬੀਰ ਨੇ, ਸ਼ਾਇਦ ਮੈਂ ਭੁੱਲ ਗਿਆ ਕਿਉਂਕਿ ਗੱਲ 8-9 ਸਾਲ ਮੈਨੂੰ ਲੱਗਦਾ ਪੁਰਾਣੀ ਹੋ ਗਈ। ਉਦੋਂ ਸੁਖਬੀਰ ਡਿਪਟੀ ਮੁੱਖ ਮੰਤਰੀ ਸੀ ਪੰਜਾਬ ਦੇ। ਹੁਣ ਜਿਹੜਾ ਤੁਸੀਂ ਨਾਲ ਮੈਂ ਸਵਾਲ ਜੋੜ ਰਿਹਾ ਸੀ ਕਿ ਸਿੱਧੂ ਕੇਜਰੀਵਾਲ ਇਹਨਾਂ ਨੂੰ ਧੜੇਬਾਜ਼ੀਆਂ ਦੀ ਲੋੜ ਨਹੀਂ, ਇਹ ਉਹ ਲੀਡਰ ਨੇ ਜਿਨ੍ਹਾਂ ਦੇ ਨਾਲ ਦੂਸਰੇ ਲੀਡਰ ਆਪ ਹੀ ਆ ਜਾਂਦੇ ਨੇ। ਸੋ ਇਸ ਕਰਕੇ ਪੰਜਾਬ 'ਚ ਵੀ ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਸਿੱਧੂ ਧੜੇਬਾਜ਼ੀ ਬਣਾ ਰਿਹਾ ਕਾਂਗਰਸ 'ਚ, ਕਾਂਗਰਸ ਨੂੰ ਸਿੱਧੂ ਅਨੁਸ਼ਾਸਨ ਭੰਗ ਕਰ ਰਿਹਾ, ਸੋ ਇਹ ਜਿਹੜੇ ਲੋਕ ਇਲਜ਼ਾਮ ਲਾਉਣ ਵਾਲੇ ਆ ਨਾ, ਅਗਰ ਸਿੱਧੂ ਦਾ ਮਾਹੌਲ ਪੋਲੀਟੀਕਲ ਤੌਰ ਤੇ ਜ਼ਿਆਦਾ ਉੱਪਰ ਆ ਗਿਆ ਕਾਂਗਰਸ 'ਚ, ਪੰਜਾਬ 'ਚ ਤਾਂ ਗ੍ਰਾਫ ਸਿੱਧੂ ਦਾ ਠੀਕ ਹੈ, ਜੇ ਕਾਂਗਰਸ ਦੀ ਹਾਈ ਕਮਾਂਡ ਨੇ ਸਿੱਧੂ ਨੂੰ ਮੂਹਰੇ ਕਰਤਾ, ਲੈ ਸਿੱਧੂ ਦੇ ਖਿਲਾਫ ਬਿਆਨ ਦੇਣ ਵਾਲੇ ਮੰਤਰੀ ਸਭ ਤੋਂ ਪਹਿਲਾਂ ਸਿੱਧੂ ਦੀ ਕੋਠੀ ਫੁੱਲ ਲੈ ਕੇ ਪਹੁੰਚੇ ਹੋਣਗੇ। ਇਹ ਵੀ ਪੋਲੀਟੀਕਲ ਤਜਰਬਾ ਹੈ, ਇਹ ਵੀ ਪੁਰਾਣਾ ਇਤਿਹਾਸ ਹੈ ਸਾਡਾ। ਸੋ ਰਾਜਨੀਤੀ 'ਚ ਕਹਿੰਦੇ ਨੇ ਕੋਈ ਪੱਕਾ ਦੋਸਤ ਨਹੀਂ, ਕੋਈ ਪੱਕਾ ਦੁਸ਼ਮਣ ਨਹੀਂ। ਸੋ ਇਹ ਸਥਿਤੀਆਂ ਪੰਜਾਬ 'ਚ ਬਣੀਆਂ ਹੋਈਆਂ ਨੇ। ਜੀ ਬਿਲਕੁਲ। ਤੇ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕਿਸਾਨਾਂ ਦੀ, ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਕਿਸਾਨ ਧਰਨੇ ਦੀ ਫਿਲਹਾਲ ਕੀ ਸਥਿਤੀ ਹੈ। ਨਾਲੇ ਖਬਰ ਇਹ ਆਈ ਸੀ ਕਿ ਕਿਸਾਨ ਧਰਨੇ ਦੇ ਸਥਲ ਤੇ ਕਿਸਾਨਾਂ ਨੇ ਇੱਟਾਂ ਸੁੱਟਵਾ ਲਈਆਂ ਨੇ, ਤੇ ਇਹਦੀ ਪੂਰੀ ਕਹਾਣੀ ਕੀ? ਦੇਖੋ ਜਿਹੜਾ ਉੱਤਰ ਪ੍ਰਦੇਸ਼ ਦਾ ਬਾਰਡਰ ਹੈ ਨਾ, ਉੱਥੇ ਰਕੇਸ਼ ਟਕੈਤ ਹੋਣੀ ਨੇ, ਉਹ ਪਤਾ ਇਹ ਲੱਗਿਆ ਵੀ ਉੱਥੇ ਇੱਟਾਂ ਦੇ ਟਰੱਕ ਆ ਗਏ, ਟਰਾਲੀਆਂ 'ਚ ਇੱਟਾਂ ਆ ਗਈਆਂ ਬਹੁਤ ਜ਼ਿਆਦਾ, ਤੇ ਉੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਉੱਤਰ ਪ੍ਰਦੇਸ਼ ਦਾ, ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਸੋ ਕੋਵਿਡ ਕਰਕੇ ਤਾਂ ਉਹ ਲੋਕਾਂ ਦੀ ਜਾਨ ਉਹਨਾਂ ਤੋਂ ਬਚਾਈ ਨਹੀਂ ਜਾ ਰਹੀ, ਕੋਵਿਡ ਦੇ ਇੰਤਜ਼ਾਮ ਹੋਏ ਨਹੀਂ, ਪਰ ਕਿਸਾਨਾਂ ਨੇ ਜਦੋਂ ਇੱਟਾਂ ਮੰਗਾ ਲਈਆਂ ਤੇ ਬਹੁਤ ਵੱਡੀ ਗਿਣਤੀ 'ਚ ਉੱਥੇ ਅਫਸਰ ਪਹੁੰਚ ਗਏ। ਉਹ ਅਫਸਰਾਂ ਨੇ ਕਿਹਾ ਵੀ ਤੁਸੀਂ ਇੱਟਾਂ ਕਿਉਂ ਮੰਗਾਈਆਂ, ਉਹਨਾਂ ਨੂੰ ਡਰ ਸੀ ਵੀ ਕਿਤੇ ਪੱਕੇ ਮਕਾਨ ਨਾ ਬਣਾ ਲੈਣ, ਜਿਵੇਂ ਸਿੰਘੂ ਬਾਰਡਰ ਵਾਲੇ ਪਾਸੇ ਕਿਸਾਨਾਂ ਨੇ ਬਣਾ ਲਏ। ਫਿਰ ਕਿਸਾਨਾਂ ਨੇ ਦੱਸਿਆ ਵੀ ਅਸੀਂ ਇਹਦੇ ਟਾਇਲਟ ਬਣਾਉਣੇ ਨੇ, ਪਾਖਾਨੇ ਬਣਾਉਣੇ ਨੇ। ਹੁਣ ਤੁਸੀਂ ਦੇਖੋ ਸਥਿਤੀਆਂ ਕਿ ਕਿਸਾਨਾਂ ਨੂੰ ਇਸ ਤਰੀਕੇ ਦੀ ਸਹੂਲਤ ਵੀ ਉੱਥੇ ਉਪਲਬਧ ਨਹੀਂ ਸੀ, ਜਿਹੜੀ ਕਿ ਬਹੁਤ ਬੁਨਿਆਦੀ ਸਹੂਲਤ ਹੈ। ਫਿਰ ਕੀ ਹੋਇਆ, ਫਿਰ ਪ੍ਰਸ਼ਾਸਨ ਨੇ ਉਹਨਾਂ ਨੂੰ ਮੋਬਾਈਲ ਟਾਇਲਟ ਦਿੱਤੇ, ਉਹਨਾਂ ਨੂੰ ਜਿਹੜੇ ਗੱਡੀਆਂ 'ਚ ਹੁੰਦੇ ਨੇ, ਜਿਹੜੇ ਬਣਾਏ ਹੋਏ ਟੈਂਪਰੇਰੀ। ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਵੀ ਠੀਕ ਹੈ, ਅਸੀਂ ਤਾਂ ਪਖਾਨੇ ਬਣਾਉਣੇ ਸੀ ਤਾਂ ਇੱਟਾਂ ਮੰਗਾਈਆਂ ਸੀ, ਅਸੀਂ ਨਹੀਂ ਬਣਾਉਂਦੇ। ਪਰ ਪ੍ਰਸ਼ਾਸਨ ਨੂੰ ਹੁਣ ਵੀ ਉੱਥੇ ਇੰਨਾ ਡਰ ਹੈ ਵੀ ਕਿਤੇ ਰਾਤੋਂ ਰਾਤ ਕੁਛ ਕੰਧ ਨਾ ਚਿਣ ਲੈਣ, ਕੋਈ ਕਮਰਾ ਨਾ ਬਣਾ ਲੈਣ ਕਿਸਾਨ। ਇਸ ਕਰਕੇ ਬਹੁਤ ਵੱਡੀ ਗਿਣਤੀ 'ਚ ਉੱਤਰ ਪ੍ਰਦੇਸ਼ ਦੇ ਜਿਹੜਾ ਬਾਰਡਰ ਹੈ ਜਿੱਥੇ ਕਿਸਾਨ ਧਰਨਾ ਹੈ, ਉੱਥੇ ਉਹਨਾਂ ਨੇ ਸਿਕਿਉਰਿਟੀ ਲਾ ਰੱਖੀ ਹੈ। ਪਰ ਕਿਸਾਨਾਂ ਨੇ ਸਪਸ਼ਟ ਕਹਿਤਾ ਵੀ ਅਸੀਂ ਕੁਛ ਨਹੀਂ ਬਣਾਉਣਾ। ਬਲਕਿ ਮੈਂ ਕਿਸਾਨਾਂ ਦੀ ਕੱਲ੍ਹ ਦੀ ਗੱਲ ਸੁਣ ਰਿਹਾ ਸੀ, ਗੁਰਨਾਮ ਸਿੰਘ ਚਡੂਨੀ ਉਹਨਾਂ ਦੀ, ਉਹ ਕਹਿੰਦੇ ਵੀ ਸਰਕਾਰ ਤੋਂ ਜੇ ਕੋਵਿਡ ਦੇ ਨਾਲ ਲੜਾਈ ਨਹੀਂ ਲੜੀ ਜਾ ਰਹੀ, ਆਕਸੀਜਨ ਵਕਸਰ ਨਹੀਂ ਪਹੁੰਚ ਰਹੀ, ਅਸੀਂ ਐਲਾਨ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਔਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿ ਸਰਕਾਰ ਸਾਨੂੰ ਦੱਸੇ, ਅਸੀਂ ਸਰਕਾਰ ਨੂੰ ਆਪਣੀਆਂ ਟਰਾਲੀਆਂ 'ਚ ਇੱਟਾਂ ਵੀ ਢੋ ਦਿਆਂਗੇ, ਅਸੀਂ ਸਰਕਾਰ ਨੂੰ ਸਿਲੰਡਰ ਵੀ ਢੋ ਦਿਆਂਗੇ, ਅਸੀਂ ਸਰਕਾਰ ਨੂੰ ਵੈਂਟੀਲੇਟਰ ਵੀ ਇਹਨਾਂ ਟਰਾਲੀਆਂ 'ਤੇ ਔਰ ਮੁਫਤ ਸੇਵਾ 'ਚ ਅਸੀਂ ਪੂਰੇ ਮੁਲਕ ਦੇ ਵਿੱਚ ਡਿਲੀਵਰ ਕਰ ਦਿਆਂਗੇ, ਸਰਕਾਰ ਸਾਨੂੰ ਦੱਸੇ। ਸੋ ਮੈਨੂੰ ਲੱਗਦਾ ਵੀ ਇਹ ਸਰਕਾਰ ਦੇ ਇੱਕ ਸਿਆਸੀ ਜਿਹੜਾ ਹੈਗਾ ਉਹਨਾਂ ਨੇ ਇੱਕ ਚੰਗਾ ਜਵਾਬ ਦਿੱਤਾ ਹੈ, ਮੈਂ ਮਾੜਾ ਸ਼ਬਦ ਨਹੀਂ ਵਰਤਦਾ, ਸਰਕਾਰ ਨੂੰ ਚੰਗਾ ਜਵਾਬ ਦਿੱਤਾ ਹੈ ਵੀ ਕਿਸਾਨ ਹਰ ਵਕਤ ਮੁਲਕ ਦੇ ਨਾਲ ਖੜੇ ਨੇ, ਭਾਵੇਂ ਲੰਗਰ ਦੇ ਰੂਪ 'ਚ ਸੇਵਾ ਹੈ, ਭਾਵੇਂ ਖੇਤੀ ਪੈਦਾਵਾਰ 'ਚ ਹੈ। ਸੋ ਕਿਸਾਨ ਅੱਜ ਵੀ ਮਦਦ ਕਰਨ ਨੂੰ ਤਿਆਰ ਨੇ ਆਮ ਲੋਕਾਂ ਦੇ, ਪਰ ਸਰਕਾਰ ਨੂੰ ਮਦਦ ਨਹੀਂ ਲੈਣੀ ਆ ਰਹੀ। ਮੈਂ ਇਸ ਗੱਲ ਤੋਂ ਹੈਰਾਨ ਹਾਂ। ਸੋ ਸਰਕਾਰ ਕੋਲੇ ਨਾ ਆਕਸੀਜਨ ਟਾਈਮ ਸਿਰ ਡਿਲੀਵਰ ਹੋ ਰਹੀ ਹੈ, ਨਾ ਵੈਂਟੀਲੇਟਰ ਜਾ ਰਹੇ ਨੇ, ਨਾ ਆਕਸੀਜਨ ਦੇ ਸਿਲੰਡਰ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਟਰਾਲੀਆਂ ਦੀਆਂ ਸੇਵਾ ਲੈ ਲੇ ਤਾਂ ਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ। ਜੀ ਬਿਲਕੁਲ, ਬਹੁਤ ਵਧੀਆ ਗੱਲ ਤੁਸੀਂ ਕਹੀ ਕਿ ਕਿਸਾਨਾਂ ਦੀ ਟਰਾਲੀਆਂ ਦੀ ਸੇਵਾ ਲੈ ਜਾਣੀਆਂ ਚਾਹੀਦੀਆਂ, ਜਿੱਥੇ ਕਿ ਬਹਾਨੇ ਮਾਰਨ ਦੀ ਗੁੰਜਾਇਸ਼ ਨਾ ਰਹੇ। ਜਵੇਦ ਅੱਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਡਿਸਕਸ਼ਨ। ਬਹੁਤ ਧੰਨਵਾਦ।